डांस मुंडी घंटो पिला냐 दुले उल्टो गलकार मार घंटो कना कामना कार घंटो दो कमी वत्ता घंटो दो दोड़े सत्ता घंटो दो दुध फरानी घंटो चिकरा मातानी घंटो पठान सेड़ी घंटो लोट दी हैगा सी 84 ਚੱਕ ਸੀ ਉਹਨਾਂ ਮਲਾਮ ਮਲੋਟ ਦੀ ਅੱਛਾ ਉਹਨਾਂ ਸਾਰਿਆਂ ਨੇ ਆਪਣੇ ਆਖਿਆ ਵੀ ਇੱਥੋਂ ਨਿਕਲ ਚ ਜੀ ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਵੀਰਾਂ ਦਾ, ਭਰਾਵਾਂ ਦਾ। ਤੁਸੀਂ ਵੇਖਦੇ ਪਿਓ YouTube ਚੈਨਲ ਰੰਗਲਾ ਪੰਜਾਬ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਵਿਰਸੇ ਹਕਾਇਤਾਂ ਦੀ ਖੁੱਲੀ ਕਿਤਾਬ ਇਹ ਜੇ ਸਾਡਾ ਰੰਗਲਾ ਪੰਜਾਬ। ਸਿੱਖਾਂ ਤੇ ਮੁਗਲਾਂ ਦੇ ਅਦਵਾਰ ਗੁਜ਼ਰੇ, ਇੱਥੇ ਕਈ ਯਾਰਾਂ ਦੇ ਯਾਰ ਗੁਜ਼ਰੇ, ਰਾਜੇ ਮਹਾਰਾਜੇ ਤੇ ਵੱਡੇ ਨਵਾਬ। ਇਹ ਜੇ ਸਾਡਾ ਰੰਗਲਾ ਪੰਜਾਬ। ਰੰਗਲਾ ਪੰਜਾਬ ਦੀ ਬੈਠਕ ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਅੱਜ ਜਿਹੜੇ ਜੀ ਨੇ ਸਾਡੇ ਨਾਲ ਸਾਂਝ ਪਾਈ ਏ ਉਹਨੇ ਬਾਬਾ ਸਾਦਕ। ਇੱਕ ਵਾਰੀ ਫੇਰ ਅਸੀਂ ਉਹਨਾਂ ਨੂੰ ਰੰਗਲਾ ਪੰਜਾਬ ਦੀ ਰਾਹੀਂ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ। ਤੇ ਬਾਬਾ ਸਾਦਕ ਹੋਰੀ ਤੁਹਾਨੂੰ ਆਪਣੀਆਂ ਹੱਡਬਰੀਤੀਆਂ ਸੁਣਾਉਣਗੇ ਤੇ ਨਾਲ ਹੀ ਨਾਲ ਸਿੱਖਾਂ ਤੇ ਹਿੰਦੂਆਂ ਦੇ ਕੁਝ ਰਸਮੋ ਰਿਵਾਜ ਨੇ ਅੱਜ ਸਪੈਸ਼ਲੀ ਉਹਨਾਂ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਕੀ ਹਾਲ ਚਾਲ ਹੈ? ਚੰਗੇ ਜੀ। ਬਾਬਾ ਜੀ ਆਪਣਾ ਨਾਮ ਮੁਹੰਮਦ ਸਾਦਕ ਹੈ ਤੇ ਵਾਲਿਦ ਦਾ ਨਾਮ ਸ਼ਫੀ ਮੁਹੰਮਦ। ਸ਼ਫੀ ਮੁਹੰਮਦ। ਤੇ ਉਮਰ ਕਿੰਨੀ ਹੋ ਗਈ? ਉਮਰ ਹੋ ਗਈ 50-60 ਸਾਲ। ਨਹੀਂ ਕਿੰਨੀ ਹੋ ਗਈ? ਅਹ, ਇੰਡੀਆ ਜਦੋਂ ਬਣਿਆ, ਇੰਡੀਆ ਤੇ ਪਾਕਿਸਤਾਨ ਵੱਖੋ ਵੱਖ ਹੋਏ ਨੇ, ਉਦੋਂ ਉਮਰ ਕਿੰਨੀ ਸੀ? ਉਦੋਂ ਆਏ 7 ਕੁ ਸਾਲ ਦੇ। 7 ਸਾਲ ਹੋ ਗਏ। ਹਾਂ ਮਤਲਬ 75 ਸਾਲ 80 ਤੋਂ ਉੱਤੇ ਹੋ ਗਈ ਤੁਹਾਡੀ ਉਮਰ। ਹਾਂ ਅੱਛਾ ਤੁਸੀਂ ਸਾਨੂੰ ਇਹ ਦੱਸੋ ਤੁਹਾਡਾ ਉੱਥੇ ਪਿੰਡ ਕਿਹੜਾ ਸੀ? ਵਾਹ ਸਵਾਈ ਵਾਂਸੂਆਂ ਵਾਲੀ। ਤੇ ਉਹਦੇ ਆਸੇ-ਪਾਸੇ ਹੋਰ ਕਿਹੜੇ ਸ਼ਹਿਰ ਸਨ? ਹੈ ਜਲਾਲਾਬਾਦ। ਅੱਛਾ ਜਲਾਲਾਬਾਦ ਹਾਂ ਇਹ ਸ਼ਹਿਰ ਸੀ। ਹਾਂ ਤੇ ਹੋਰ ਸ਼ਹਿਰ ਕੋਈ ਨਹੀਂ ਸੀ। ਤੇ ਹੋਰ ਪਿੰਡ ਜਿਹੜੇ ਆਸੇ-ਪਾਸੇ ਸਨ ਉਹਨਾਂ ਦੇ ਨਾਂ ਆਉਂਦੇ ਨੇ? ਆਂਦੇ ਨੇ ਕਿਹੜੇ-ਕਿਹੜੇ? ਆਂਦੇ ਨੇ ਪੰਨੀ ਵਾਲਾ ਹਿੰਦੂਆਂ ਦਾ ਸੀ ਅੱਛਾ ਤੇ ਗਾਂਗਾ ਸੀ ਡੋਗਰਾਂ ਦਾ ਅੱਛਾ ਤੇ ਹੋਰ ਆਪਣੇ ਸੀ ਕੀ ਸੀ, ਪੰਨੀ ਵਾਲਾ। ਪੰਨੀ ਵਾਲਾ ਤੇ ਇਹ ਪਿੰਡ ਸਨ। ਹਾਂ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਸਨ ਜਾਂ ਸਿੱਖ ਹਿੰਦੂ ਵੀ ਸਨ? ਇੱਕ ਹਿੰਦੂ ਵੀ ਹੈਗੇ ਸਨ, ਉਹ ਹੈਗੇ ਸਨ। ਹਾਂ 2 ਦੁਕਾਨਾਂ ਹੈਗੀਆਂ ਸਨ ਤੁਹਾਡੇ ਪਿੰਡ 'ਚ ਕਰਾੜਾਂ ਦੀਆਂ? ਉਹ ਕਿਹੜੇ ਸਨ? ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਉਹ ਭੁੱਲਿਆ ਖਾਇਆ। ਅੱਛਾ। ਤੇ ਉੱਥੇ ਕੀ ਕੰਮ ਸੀ ਤੁਹਾਡਾ? ਕੀ ਕੰਮਕਾਰ ਸੀ ਉੱਥੇ? ਕੀ ਕਰਦੇ? ਵਾਈ ਕਰਦੇ ਸਨ। ਵਾਹੀ ਕਰਦੇ ਸੋ? ਹਾਂ ਜੀ। ਤੇ ਤੁਹਾਡਾ ਪਿੰਡ ਕਿੱਡਾ ਕੁ ਸੀ? ਪਿੰਡ ਵਾਵਾ ਸਾਰਾ ਸੀ, ਤਗੜਾ ਸੀ। ਕਿੰਨੇ ਕੁ ਘਰ ਹੋਣੇ ਨੇ ਅੰਦਾਜ਼ੇ ਨਾਲ? ਘਰ ਕੋਈ 15-16 ਤਾਂ ਬਲੋਚਾਂ ਦੇ ਸਨ ਅੱਛਾ ਤੇ ਕੋਈ ਆਰਾਈਆਂ ਦੇ ਸਨ ਅੱਛਾ। ਤੇ ਕੁਛ ਹੈਗੇ ਸਨ ਭੱਟੀਆਂ ਦੇ 4-5 ਘਰ ਸਨ। ਤੇ ਕਰਾੜਾਂ ਦੇ ਕਿੰਨੇ ਦੱਸੇ ਜੀ? ਕਰਾੜਾਂ ਦੇ 2 ਹੱਟੀਆਂ ਸਨ। ਹੱਟੀਆਂ ਸਨ। ਜ਼ਿਆਦਾ ਕਰਾੜ ਉਸ ਦੌਰ 'ਚ ਜ਼ਿਆਦਾ ਕਾਰੋਬਾਰ ਹੀ ਕਰਦੇ ਸਨ। ਹਾਂ ਉਹ ਦੁਕਾਨਾਂ ਪਾਈਆਂ ਹੋਈਆਂ ਸਨ। ਅੱਛਾ ਤੇ ਜਿਹੜੀ ਫਸਲ ਹੁੰਦੀ ਸੀ ਜਿੰਸ ਵਾਹੀ ਜੁੱਤੀ ਵੀ ਕਰਦੇ ਸੋ? ਹਾਂਜੀ। ਤੇ ਉਹ ਕਿੱਥੇ ਲੈ ਕੇ ਜਾਂਦੇ ਸੋ? ਉਹ ਕੀ ਆਪਣੇ ਜਲਾਲਾਬਾਦ ਜਲਾਲਾਬਾਦ ਮੰਡੀ ਸੀ। ਹਾਂ ਉਹ ਤੁਹਾਡੇ ਤੋਂ ਕਿੰਨਾ ਕੁ ਪੰਦ ਸੀ? ਉਹ ਹੈਗੇ ਜੀ ਆਪਣੇ ਮੰਡੀ ਜਿੱਤਨਾ। ਜਿਵੇਂ ਇੱਥੋਂ ਆਪਾਂ ਨੂੰ ਮੰਡੀ ਸਾਦਿਕਗੰਜ। ਹਾਂ ਜੀ। ਅੱਛਾ ਅੱਛਾ ਜਿਵੇਂ ਮੰਡੀ ਸਾਦਿਕਗੰਜ ਹੈ, ਮਤਲਬ ਇੰਨਾ ਪੰਦ ਸੀ। ਹਾਂ ਤੇ ਉਦੋਂ ਜ਼ਿਆਦਾ ਫਸਲਾਂ ਕੀ ਹੁੰਦੀਆਂ ਸਨ ਤੁਹਾਡੇ ਪਿੰਡ? ਸਾਡੇ ਪਿੰਡ ਮਕਈ ਅੱਛਾ ਤੇ ਜਵਾਰ ਅੱਛਾ। ਤੇ ਕਣਕ। ਮਕਈ ਹੁੰਦੀ ਸੀ, ਉਹਦਾ ਮਤਲਬ ਹੈ ਰਕਬਾ ਚੰਗਾ ਸੀ। ਹਾਂ ਤੇ ਕਿਹੜੇ ਪਾਣੀ ਲੱਗਦਾ ਸੀ? ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ ਮੈਂ ਜਦਾ ਹੈਗੇ ਸੀ ਗਾਂਗੇ ਦੇ ਨਾਲ ਕੀ ਆ ਬੀਕਾਨੇਰ ਕਿ? ਨਹੀਂ ਉਹਦੇ ਨਾਂ ਤਾਂ ਮੈਨੂੰ ਭੁੱਲਿਆ ਖਾਇਆ। ਅੱਛਾ ਉਹਦੇ ਨਾਂ ਸੀ ਭੁੱਲ ਗਿਆ ਨਾ। ਹਾਂ ਤੇ ਕਿੱਡੀ ਕੁ ਸੀ ਨਹਿਰ ਉਹ? ਨਹਿਰ ਲੱਗੀ ਸੀ ਬਾਬਾ ਜਿਵੇਂ ਤੁਹਾਡੀ ਨਹਿਰ ਹੈ ਨਾ ਲਿਸ਼ਾਰੀਆਂ ਵਾਲੀ? ਲਿਸ਼ਾਰੀਆਂ ਵਾਲੀ ਬਾ ਐਡੀ ਕੁ ਨਹਿਰ ਹੈ। ਯਾਨੀ ਪੂਰੀ ਸੂਰੀਆ ਐਡੀ ਘਣੀ ਵੱਡੀ ਨਹੀਂ ਹੈ, ਹਾਂ। ਜਿਵੇਂ ਆ ਬੇਰਵਾ ਨਹਿਰ ਹੈ। ਹਾਂ ਅੱਛਾ ਅੱਛਾ ਠੀਕ ਹੋ ਗਿਆ। ਤੇ ਪੜ੍ਹਦੇ ਹੁੰਦੇ ਸੋ ਉਦੋਂ? ਨਹੀਂ ਜੀ ਉੱਥੇ ਉਹ ਨਹੀਂ ਪੜ੍ਹਦੇ ਸਨ। ਤੁਹਾਡੇ ਪਿੰਡ ਸਕੂਲ ਹੈਗਾ ਸੀ? ਨਹੀਂ ਕੋਈ ਨਹੀਂ।
ਅੱਛਾ, ਜਿਵੇਂ ਚੁਪਾਲੀਏ ਇੱਕ ਬੜਾ ਵੱਡਾ ਬੋਹੜ ਦਾ ਦਰਖਤ ਹੁੰਦਾ ਸੀ, ਐਵੇਂ ਕੋਈ ਤੁਹਾਡੇ ਪਿੰਡ ਦੀ ਉਸ ਦੀ ਨਿਸ਼ਾਨੀ ਵਾਂਸਵਾਂ ਦੀ ਕੋਈ ਉਹ ਦੱਸੋ ਜ਼ਰਾ ਸਾਡੇ ਵੇਖਣ ਵਾਲੇ ਨੂੰ, ਕਿਉਂਕਿ ਤੁਹਾਨੂੰ ਚੜ੍ਹਦੇ ਪੰਜਾਬ 'ਚ ਵੀ ਵੇਖਿਆ ਜਾ ਰਿਹਾ, ਉਧਰ ਇੰਡੀਆ 'ਚ ਵੀ ਆਪਾਂ ਵੇਖੇ ਜਾ ਰਹੇ ਹਾਂ। ਉਹ ਤੇ ਉਸ ਪਿੰਡ ਦੀ ਹਾਂ ਕਿੱਕਰ ਹੈਗੇ ਸਨ ਅੱਛਾ, ਤੇ ਕੋਠੇ ਹੈਗੇ ਸਨ ਸਾਡੇ। ਕੋਠੇ ਕਿਵੇਂ ਦੇ ਸਨ? ਅਜੀ ਮੈਂ ਆਪਣੇ ਕੋਠੇ ਨੇ ਕੱਚੇ ਕੱਚੇ ਸਨ। ਤੇ ਛੱਤਾਂ ਕਿਹ ਦੀਆਂ ਬਣੀਆਂ ਹੋਈਆਂ ਸਨ? ਪਸਤਾਂ ਹੈਗੀਆਂ ਸਨ ਅਜੀਆ ਕੀ ਦੂਏ ਦੀਆਂ। ਅੱਛਾ, ਛੱਤਾਂ ਕਿਹ ਦੀਆਂ ਸਨ ਬਣੀਆਂ ਹੋਈਆਂ? ਜਿਵੇਂ ਕੋਠੇ ਕੱਚੇ ਪਾਏ ਹੋਏ ਸਨ। ਅੱਛਾ, ਫਿਰ ਲਟੈਣਾ ਤੇ ਲਟੈਣਾ ਦੀਆਂ ਛੱਤਾਂ ਸਨ? ਹਾਂ। ਅੱਛਾ, ਤੇ ਉੱਥੋਂ ਦੇ ਕੋਈ ਰਸਮ ਰਿਵਾਜ ਤੁਹਾਨੂੰ ਯਾਦ ਨੇ, ਕੋਈ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਹੁੰਦਾ ਸੀ, ਕੋਈ ਸ਼ਾਦੀ ਦੇ ਰਸਮ ਰਿਵਾਜ ਜਾਂ ਕੋਈ ਹੋਰ ਖਾਣ ਪੀਣ ਦੇ, ਜਾਂ ਕੋਈ ਉਹ ਮੰਗਣ ਵਾਲਾ ਕੋਈ ਦੱਸਦੇ ਨੇ ਤੁਸੀਂ ਬੜਾ ਉਹ ਕਰਦੇ ਜੇ, ਉਹ ਮੰਗਣ ਵਾਲਾ ਕੋਈ ਖਾਸ ਉਹਨਾਂ ਦਾ ਤਰੀਕਾ ਸੀ? ਉਹਨਾਂ ਦਾ ਖਾਸ ਸੀ ਉਹ ਆ ਕਿੱਕ ਜੰਡ ਦੇ ਕਿੱਕ ਵਰਦੇ ਸਨ, ਜੰਡ ਵੱਢਦੇ ਸਨ। ਜਦੋਂ ਸ਼ਾਦੀ ਕਰਦੇ ਸਨ ਨਾ, ਹਾਂ, ਉਦੋਂ ਜੰਡ ਵੱਢਦੇ ਸਨ। ਉਹ ਜਦੋਂ ਸ਼ਾਦੀ ਕਰਦੇ ਸਨ ਹਿੰਦੂ? ਹਾਂ। ਅੱਛਾ, ਜੰਡ ਵੱਢਦੇ ਸਨ। ਜੰਡ ਕਿਵੇਂ? ਗਵਾੜੀ ਨਾਲ। ਅੱਛਾ, ਜਦੋਂ ਸ਼ਾਦੀ ਕਰਨ। ਅੱਛਾ, ਤੇ ਹੋਰ ਉਹ ਜਿਹੜਾ ਤੁਸੀਂ ਕੋਈ ਮੰਗਣ ਵਾਲਾ ਕਿ ਕੀ ਉਹ ਸੁਣਾਉਂਦੇ ਹੁੰਦੇ ਜੇ ਇੱਥੇ? ਉਹ ਤਾਂ ਇੱਥੇ ਕੋਲੇ ਸ਼ਾਦ ਬਾਬਾ ਗੱਭਰੂ ਨਹੀਂ, ਉਹ ਰਿਵਾਜ ਤੁਹਾਡਾ ਆਪਣਾ ਸੀ ਜਾਂ ਇੰਡੀਆ ਵਾਲਿਆਂ ਦਾ ਸੀ? ਨਹੀਂ, ਉਹ ਤਾਂ ਆਪਣਾ ਪੋ ਮੰਗ ਦੇ ਵਿੱਚ ਨਾ ਬੁੜੀਆਂ ਤੇ ਬੰਦੇ ਮੰਗਦੇ ਸਨ। ਉਹ ਸੁਣਾਓ ਉਹਨਾਂ ਦੇ। ਉਹ ਸੁਣਾਇਆ ਗੁਰਕੁੱਲੂ ਮਗੁੰਡੀ ਆਖਾ ਗਹਿਣਾ ਘੰਟੋ ਪਿਰਾਨ ਸਮੁੰਡੀ ਘੰਟੋ ਪਿਲਾਈਆਂ ਦੁਲੇ ਘੰਟੋ ਗਰਗਾਰ ਮਾਰ ਘੰਟੋ ਕਨਾ ਕਾਮਨਾ ਕਾਰ ਘੰਟੋ ਦੋ ਕਮੀ ਵਤਾਂ ਘੰਟੋ ਦੋ ਦੋੜੇ ਸੱਟਾਂ ਘੰਟੋ ਦੋ ਦੁੱਧ ਫਰਾਣੀ ਘੰਟੋ ਚਿਕਰਾ ਮਾਤਾਣੀ ਘੰਟੋ ਪਠਾਨ ਸੇੜੀ ਘੰਟੋ ਪਠਾਨ ਗੋਭੀ ਘੰਟੋ ਪਾਣੀ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਕਰੇ ਦਵਾਈ ਤੇਰੀਆਂ ਜੀਵਨ ਮੱਜੀ ਗਾਈਆਂ ਦਿੱਤਾ ਦੁੱਧ ਜੀਵਨ ਤੇਰੇ ਸੱਤੇ ਪੁੱਤਾਂ ਦੀ ਕਮਾਈ ਡੋਲੀ ਘਰ ਛਣਕਦੀ ਆਈ। ਵਾਹ ਵਾਹ, ਜ਼ਬਰਦਸਤ। ਘੰਟੋ, ਇਹ ਘੰਟੋ ਵਾਲਾ ਵਿੱਚ ਕੀ ਚੱਕਰ ਹੈ? ਇਹ ਘੰਟੋ ਅਸੀਂ ਕਰਦੇ ਐਵੇਂ ਸਨ। ਉਹ ਜੇ ਖੱਗਿਆਂ ਦੇ ਚੋਰ ਸਨ ਨਾ, 2-3 ਘਰ ਮੰਗਦੇ ਸਾਂ। ਇਹ ਉਦੋਂ ਤੁਹਾਡੀ ਕਿੰਨੀ ਉਮਰ ਸੀ ਜਦੋਂ ਦੀ ਇਹ ਗੱਲ ਸੁਣਾਈ ਹੈ? ਉਦੋਂ ਹੋਏ ਦੀ ਸ਼ੱਕ ਨਹੀਂ, 7 ਸਾਲ ਅਸੀਂ ਰਹੇ ਉੱਥੇ। ਬੜੀ ਯਾਦਦਾਸ਼ਤ ਲਈ ਫਿਰਦੇ ਨੇ। ਅੱਛਾ, ਇਹ ਹੈਗਾ ਕੀ ਸੁਣਾ ਰਹੇ ਸੋ? ਹਾਂ, ਜਦੋਂ ਮੰਗਦੇ ਸੋ ਕੀ ਦਾਣੇ ਦਿੰਦੇ ਸਨ। ਅੱਛਾ, ਸਹੀ ਹੋ ਗਿਆ। ਤੇ ਉਹਨਾਂ ਦੀਆਂ ਉੱਥੇ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਸੋ? ਇਹਨਾਂ ਨੇ ਵਿਆਹ ਸ਼ਾਦੀ ਆਪਣਾ ਇੱਥੇ ਇੰਡੀਆ ਦੀ ਗੱਲ ਕਰ ਰਹੇ ਹਾਂ। ਇਹ ਨਹੀਂ, ਅਸੀਂ ਕੋਈ ਨਹੀਂ ਜਾਂਦੇ ਸਨ। ਤੇ ਇਹਨਾਂ ਤੁਹਾਨੂੰ ਇੰਨੇ ਯਾਦਦਾਸ਼ਤ 'ਚ ਆਉਂਦਾ ਜਦੋਂ ਬਾਹਰ ਖੇਤਰ ਰੋਟੀ ਲੈ ਕੇ ਜਾਂਦੇ ਸੋ ਜਾਂ ਕੀ? ਹਾਂ, ਰੋਟੀ ਵੀ ਕੋਈ ਨਹੀਂ ਜਾਂਦੇ। ਉੱਥੇ ਜਿਹੜਾ ਵਾਂਸਵਾਂ ਸੀ, ਹਾਂ, ਉੱਥੇ ਤੁਹਾਡਾ ਘਰ ਮਤਲਬ ਕਿਹੜੀ ਜਗ੍ਹਾ ਤੇ ਸੀ, ਕੋਈ ਯਾਦ ਹੈ? ਇਸ ਪਾਸੇ ਸੀ, ਇਸ ਕੰਨੀ ਸੀ ਸਾਡੇ ਲਾਂਦੇ ਵਾਲੀ ਸਾਈਡ ਤੇ। ਹਾਂ। ਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਇੱਕ ਤਾਂ ਸੀ ਆਰਾਈ। ਅੱਛਾ, ਇੱਕ ਦੇ ਨਾਂ ਸੀ ਕਾਸੂ ਨੰਬਰਦਾਰ। ਕਾਸੂ ਲੰਬਰਦਾਰ? ਹਾਂ, ਯਾਨੀ ਮੁਸਲਮਾਨਾਂ ਦੀ ਸਨ ਤੁਹਾਡੇ ਪਿੰਡ ਦੇ ਨੰਬਰਦਾਰ? ਮੁਸਲਮਾਨ ਨੰਬਰਦਾਰ। ਤੇ ਨਾਲ ਕੋਈ ਸਿੱਖਾਂ ਦਾ ਜਾਂ ਹਿੰਦੂਆਂ ਦਾ ਕੋਈ ਪਿੰਡ ਨੇੜੇ ਹੈਗਾ ਸੀ? ਹੈਗਾ ਸੀ ਪੰਨੀ ਵਾਲਾ ਤੇ ਕੜਾਈ ਵਾਲਾ ਤੇ ਸੈਦੋ ਕੋ ਚੱਕ। ਉਹਨਾਂ ਦੇ ਕੋਈ ਨਾਂ ਆਂਦੇ ਜੇ ਸਿੱਖਾਂ ਜਾਂ ਮੁਸਲਮਾਨ ਉਹਨਾਂ ਹਿੰਦੂਆਂ ਦੇ? ਬਸ ਹਿੰਦੂਆਂ ਦੇ ਛੋਟੇ ਹੁੰਦੇ ਸਨ। ਨਹੀਂ, ਨਾਂ ਆਂਦੇ ਨੇ ਉਹਨਾਂ ਦੇ ਕਿ ਕੋਈ ਨਹੀਂ? ਨਾ ਕੋਈ ਨਹੀਂ ਆਉਂਦੇ। ਅੱਛਾ, ਨਾਂ ਨਹੀਂ ਆਂਦੇ ਜਾਂ ਭੁੱਲ ਗਏ। ਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਵੀ ਪਾਕਿਸਤਾਨ ਇਹ ਜਿਹੜਾ ਹਿੰਦੁਸਤਾਨ ਹੈ ਇਹਦੀ ਵੰਡ ਹੋ ਗਈ ਤੇ ਪਾਕਿਸਤਾਨ ਅਲੱਗਾ ਹੋ ਗਿਆ? ਤੇ ਕਿਵੇਂ ਪਤਾ ਲੱਗਿਆ ਸੀ? ਖਬਰ ਕਿਵੇਂ ਪਹੁੰਚੀ? ਨਵਾਬ ਮਲੋਟ ਦੀ ਹੈਗਾ ਸੀ 84 ਚੱਕ ਸੀ ਉਹਨਾਂ ਨਵਾਬ ਮਲੋਟ ਦੀ। ਅੱਛਾ, ਉਹਨਾਂ ਸਾਰਿਆਂ ਨੇ ਆਪਣੇ ਆਖਿਆ ਵੀ ਇਹ ਤੁਸੀਂ ਨਿਕਲ ਚੱਲੋ, ਗੱਡੇ ਗੁੱਡੇ ਪਾ ਦੋ ਤੇ ਲੈ ਚਲੋ ਪਾਕਿਸਤਾਨ ਨੂੰ। ਅੱਛਾ, ਮੋਲ ਸੀ ਪਾਕਿਸਤਾਨ ਨੂੰ ਆਇਆ ਹੈਡ ਲੱਗੇ ਆ ਸੁਲੇਮਾਨ ਵਾਲੇ। ਨਹੀਂ, ਜਦੋਂ ਤੁਸੀਂ ਉੱਥੋਂ ਟੁਰੇ ਤੇ ਤੁਹਾਡਾ ਕਾਫਲਾ ਕਿੰਨਾ ਸੀ? ਕਿਹੜੇ ਜੀ ਸੋ? ਅਸੀਂ ਮੇਰੇ ਸਾਰੇ ਤਾਂ ਮਰ ਗਏ ਨੇ ਜਮ
ਉਹ ਮੈਂ ਹੀ ਇੱਕ ਹੈਗਾ। ਹੁਣ ਦੀ ਨਹੀਂ ਗੱਲ, ਹਾਂ ਜਦੋਂ ਉੱਥੋਂ ਉਦੋਂ ਟੁਰੇ ਸੋ, ਮੈਂ ਉਦੋਂ ਦੀ ਗੱਲ ਕਰਨਾ। ਉਦੋਂ ਇੱਕ ਦੇ ਨਾਮ ਕਾਸਮ ਸੀ, ਇੱਕ ਦੇ ਨਾਮ ਮੰਦੂ ਸੀ, ਇੱਕ ਦੇ ਨਾਮ ਹੈਗਾ ਸੀ ਮੀਆਂ ਹਾਫਿਜ਼ ਸੀ। ਕਿੰਨੇ ਲੋਕਾਂ ਦਾ ਕਾਫਲਾ ਸੀ? ਕਾਫਲਾ ਲੋਕਾਂ 2-3 ਮੀਲ 2-3 ਕੋਹ ਦਾ ਕਾਫਲਾ ਸੀ। 2-3 ਕੋ ਲੰਮਾ ਕਾਫਲਾ। ਹਾਂ ਅੱਛਾ, ਉਹ ਤੇ ਕਾਫਲਾ ਕਿਹਦੇ ਉੱਤੇ ਸੀ? ਸਮਾਨ ਕਿਹਦੇ ਤੇ ਲੱਦਿਆ ਹੋਇਆ ਸੀ? ਗੱਡਿਆਂ ਤੇ। ਗੱਡਿਆਂ ਤੇ ਸਮਾਨ ਸੀ। ਹਾਂ ਤੇ ਤੁਸੀਂ ਜਦੋਂ ਉੱਥੇ ਰਹਿੰਦੇ ਸੋ ਤੁਹਾਡੇ ਕੋਲੇ ਕੀ ਕੀ ਸਮਾਨ ਸੀ? ਮਾਲ ਕੀ ਸੀ? ਜਾਨਵਰ ਕਿੰਨੇ ਸਨ? ਜਾਨਵਰ ਵੀ ਹੈਗੇ ਸਨ 4-5। ਉਹ ਲੈ ਆਏ ਕਿ ਰਹਿ ਗਏ? ਕੁਛ ਲੈ ਆਏ ਸਾਂ ਨਾ, ਲੈ ਆਏ ਸਾਂ ਸਾਰੇ? ਹਾਂ ਮਾਲ ਸਾਰੇ ਲੈ ਆਏ ਸਾਂ, ਗੱਡਿਆਂ ਤੇ ਭਾਰ ਪਾਏ ਹੋਏ ਸਨ ਨਾ, ਤੇ ਉਹ ਅੱਗੇ ਉੱਠ ਜੋੜਿਆ ਵਾ ਸੀ ਤੇ ਅਸੀਂ ਆ ਗਏ ਸੁਲੇਮਾਨ ਵਾਲੇ ਹੈ ਤੇ ਅੱਛਾ, ਰਸਤੇ ਦੇ ਵਿੱਚ ਕੋਈ ਰੁਕਾਵਟ ਆਈ ਸੀ ਕਿਸੇ ਨੇ? ਰੁਕਾਵਟ ਆਈ ਸੀ ਕੀ? ਇੱਕ ਹਿੰਦੂ ਸਨ, ਤਰਾਏ ਹਿੰਦੂ ਸਨ, ਉਹਨਾਂ ਸਾਰਾ ਕਾਫਲਾ ਰੋਕ ਲਿਆ ਸੀ। ਅੱਛਾ, ਵੀ ਚਲੋ ਤੁਸੀਂ ਹਿੰਦੁਸਤਾਨ ਨੂੰ ਮਾਰਿਆ, ਆਪਣੇ ਪਾਕਿਸਤਾਨ ਵਾਲਿਆਂ ਨੇ 2 ਨਾ ਮਾਰ ਦਿੱਤੇ, ਇੱਕ ਛੱਡ ਦਿੱਤਾ ਉਹਨੇ। ਹਿੰਦੂਆਂ ਨੂੰ? ਹਾਂ ਨਹੀਂ, ਉਹਨਾਂ ਤੁਹਾਡਾ ਕਾਫਲਾ ਰੋਕ ਲਿਆ ਸੀ? ਹਾਂ। ਅੱਛਾ, ਹੁਣ ਉਹ ਕਿੱਥੋਂ ਲਿਆ ਗਏ ਸਨ? ਇਹ ਅੱਲਾ ਜਾਣਦਾ, ਹੁਣ ਹਿੰਦੂ ਹੈਗੇ ਸਨ ਰਾਹ ਚ ਦਾਜ। ਉਹਨਾਂ ਕੋਲੇ ਹੋਰ ਕੀ ਹੈਗਾ ਸੀ ਜਦੋਂ ਉਹਨਾਂ ਨੇ ਤੁਹਾਨੂੰ ਰੋਕਿਆ? ਪਿਸਤੌਲ ਸੀ, ਇੱਕ ਪਿਸਤੌਲ ਸੀ ਤੇ ਇੱਕ ਦੂਏ ਉਹਨਾਂ ਕੋਲ ਦੋਵਾਂ ਕੋਲ ਪਿਸਤੌਲ ਸਨ। ਅੱਛਾ, ਤੇ ਉਹਨਾਂ ਆਖਿਆ ਵੀ ਚਲੋ ਜੇ ਇੱਕ ਦੋਨੋਂ ਚ ਇੱਕ ਨੂੰ ਛੱਡ ਦਿੱਤਾ, ਉਹਨੇ ਕਿਹਾ ਇਹ ਲੋਕਾਂ ਨੂੰ ਮੁਸਲਮਾਨਾਂ ਨੂੰ ਆਖ ਸੁਣ ਵੀ ਇਹ ਮਾਰਦੇ ਇਹ ਲੋਕਾਂ ਨੂੰ ਆਖ ਹਿੰਦੂਆਂ ਨੂੰ ਵੀ ਇਹ ਮਾਰ ਆਪਾਂ ਨੂੰ। ਉਹ ਤਾਂ ਛੱਡਿਆ ਉਹਨੂੰ। ਅੱਛਾ ਅੱਛਾ, ਆਪਣੇ ਪਾਕਿਸਤਾਨ ਨਾਲ। ਉੱਥੋਂ ਰਾਤੀ ਟਰੇਸੋ ਜਾਂ ਦਿਨੇ ਟਰੇਸੋ, ਕੀ ਵੇਲਾ ਸੀ ਉਹ ਜਦੋਂ ਨਿਕਲੇ ਉੱਥੋਂ ਆਦਾ ਪਿੰਡ ਛੱਡ ਕੇ? ਦਿਨੇ। ਤੇ ਪਿੰਡ ਛੱਡਣ ਲੱਗਿਆ ਦੁੱਖ ਤਾਂ ਹੁੰਦਾ ਹੋਣਾ ਵੀ ਜਿੱਥੇ ਬਚਪਨ ਲੰਘਿਆ, ਜਿੱਥੇ ਨਿੱਕੇ ਨਿੱਕੇ ਹੁੰਦੇ ਸਨ, ਜਿੰਨਾ ਰਾਵਾਂ ਮੀਂਹ ਹੁੰਦਾ ਸੀ ਉਦੋਂ, ਬਾਰਿਸ਼ ਬੜੀ ਪੈਂਦੀ ਸੀ। ਅੱਛਾ, ਤੇ ਸਾਰਾ ਦਿਨ ਵੀ ਤੇ ਰਾਤ ਵੀ ਮੀਂਹ ਦੇ ਵਿੱਚ ਹੀ ਭੱਜੇ ਆ। ਉਹ ਜਿਹੜਾ ਤੁਹਾਡਾ ਪਿੰਡ ਹੈ, ਤੁਸੀਂ ਵਾਂਸਵਾਂ ਦੱਸਿਆ ਜਲਾਲਾਬਾਦ ਦੇ ਨਾਲ, ਹਾਂ, ਉਹ ਪਿੰਡ ਆਪਣੇ ਇਸ ਬਾਰਡਰ ਤੋਂ, ਹੁਣ ਆਪਾਂ ਮੰਡੀ ਸਾਦਿਕਗੰਜ ਬੈਠੇ, ਇਤੋਂ ਪਰਾਂ ਉਹ ਕਿੰਨਾ ਪੰਦ ਹੈ? ਇਥੋਂ ਤਕਰੀਬਨ ਕਿੰਨਾ ਕੁ ਪੰਦ ਹੈ ਇੰਡੀਆ ਵਾਲੀ ਸਾਈਡ ਤੋਂ? ਅਗੇ ਦੀ ਜਲਾਲਾਬਾਦ ਫਿਰੋਜ਼ਪੁਰ ਕੀ ਜ਼ਿਲ੍ਹਾ ਫਿਰੋਜ਼ਪੁਰ। ਜਲਾਲਾਬਾਦ ਕੀ ਤੁਹਾਡੇ ਪਿੰਡ ਦਾ ਨਾਂ ਸੀ? ਹਾਂ, ਤੇਰੇ ਨਾਂ ਪੁੱਛਦਾ ਪਿਆ। ਸਦਾਮੇ ਵਾਲੀ ਹੈ? ਸਦਾਮੇ ਵਾਲੀ। ਸਦਾਮੇ ਵਾਲੀ ਕਿ ਸਲਾਮੇ ਵਾਲੀ? ਸਲਾਮੇ ਵਾਲੀ। ਅੱਛਾ, ਅਗਾ ਆਂਦਾ ਸੀ ਅਬੋਰ ਆ ਜਿਹੜੀ ਇੱਥੇ ਆ ਕੇ ਗੱਡੀ ਬੰਦ ਹੋ ਜਾਂਦੀ ਸੀ। ਰੇਲ ਗੱਡੀ? ਹਾਂ, ਰੇਲ ਗੱਡੀ ਜਲਾਲਾਬਾਦ ਚਲਦੀ ਸੀ? ਹਾਂ, ਉਹ ਤਾਂ ਸਟੇਸ਼ਨ ਸੀ, ਜਲਾਲਾਬਾਦ ਰੇਲਵੇ ਸਟੇਸ਼ਨ ਸੀ। ਹਾਂ। ਅੱਛਾ ਅੱਛਾ, ਹੁਣ ਪਤਾ ਨਹੀਂ ਜਲਾਲਾਬਾਦ ਦੇ ਕੀ ਹਾਲਾਤ ਹੋਣੇ ਨੇ, ਖੈਰ ਉਹ ਤੁਸੀਂ ਸਾਨੂੰ ਕਮੈਂਟ 'ਚ ਦੱਸੋਗੇ। ਤੇ ਅੱਛਾ, ਉਹ ਰੇਲ ਗੱਡੀ ਉਹ ਤੂੰ ਫਿਰ ਕਿੱਧਰ ਆਉਂਦੀ ਸੀ? ਇੱਧਰ ਆਪਣੇ ਬਾਰਡਰ ਵਾਲੀ ਸਾਈਡ ਤੇ ਆਉਂਦੀ ਸੀ? ਇਹ ਆਉਂਦੀ ਸੀ ਤੇ ਆ ਜਲਾਲਾਬਾਦ ਦੇ ਆ ਕੀ ਹੁੰਦੇ ਨਾ, ਸਲਾਮੇ ਵਾਲੀ ਨੂੰ ਤੇ ਆ ਬੋਰ ਨੂੰ ਇੱਧਰ ਆਉਂਦੀ ਸੀ। ਇੱਥੋਂ ਆ ਜਾਂਦੀ ਸੀ ਆਪਣੀ ਮੰਡੀ ਸਾਦਿਕਗੰਜ ਨੂੰ, ਪਾਕਿਸਤਾਨ ਸਾਈਡ ਤੇ ਆ ਜਾਂਦੀ ਸੀ? ਹਾਂ, ਪਾਕਿਸਤਾਨ। ਹਾਂ, ਅੱਛਾ, ਇਹ ਉਹ ਆਈ ਰੇਲਵੇ ਸਟੇਸ਼ਨ ਦੱਸ ਰਹੇ ਨੇ ਜਿਹੜਾ ਹੈ? ਹਾਂ ਜੀ, ਸਹੀ। ਤੇ ਆ ਲੈਣ ਇੱਕ ਇੱਧਰ ਸੀ। ਅੱਛਾ, ਤੁਸੀਂ ਇਹ ਦੱਸੋ ਵੀ ਉੱਥੇ ਖੇਡਾਂ ਕਿਹੜੀਆਂ ਖੇਡਦੇ ਸੋ? ਖੇਡਾਂ ਅਸੀਂ ਤਾਂ ਵੀ ਖੇਡਦੇ ਹੀ ਕੋਈ ਨਹੀਂ ਸਰ। ਜਾਂਦੇ ਮੇਰੀ ਭੂਈ ਰਹਿੰਦੀ ਸੀ ਅਮੀਨ ਦੇ ਘਰੇ ਸੀ ਜਿਹੜੀ। ਕਿਹੜਾ ਪਿੰਡ ਸੀ ਹੁੰਦਾ? ਸਦਾਮੇ ਵਾਲੀ। ਅੱਛਾ, ਉੱਥੇ ਰਹਿੰਦੀ ਸੀ ਉਹ। ਮੈਂ ਆਂਦਾ ਸਾਂ ਇਹਨਾਂ ਦੇ ਘਰੇ, ਮੈਨੂੰ ਲੈ ਚਲੋ। ਇਹ ਛੋਟੇ ਜਿਹੇ ਮੈਨੂੰ ਕੋਠੇ ਢੱਕ ਦਿੱਤਾ ਸਾਨੇ। ਅੱਛਾ, ਵੀ ਇਹ ਜਾਂਦਾ ਹੈ ਨਾਲ। ਅੱਛਾ ਅੱਛਾ, ਹਾਂ, ਤੇ ਬਸ ਇਹਨਾਂ ਮੈਂ ਆ ਵੀ ਉੱਥੇ ਬਹਿੰਦੇ ਸਨ। ਇਹਦੀ ਭੂਈ, ਇਹਦੀ ਮਾਂ ਤੇ ਮੇਰੀ ਭੂਈ। ਤੁਹਾਡੇ ਘਰਦਿਆਂ ਦੀ ਗੱਲ ਕਰਦੇ ਪਏ ਜੇ? ਨਹੀਂ, ਘਰਦਿਆਂ ਨਹੀਂ,
ਵਿਸ਼ਿਆਂ ਦੀ ਗੱਲ ਕਰਦੇ ਅੱਛਾ ਪਏ। ਅੱਛਾ ਤੇ ਇੱਕ ਹੈਗਾ ਆਪ ਨੂੰ ਦਾ ਮਾਂ, ਇਹ ਸਾਡੀ ਮਸਰਈਆਂ ਮਾਂ ਦੀ ਅੱਛਾ ਅੱਛਾ ਠੀਕ ਹੋ ਗਿਆ। ਯਾਨੀ ਉੱਥੇ ਕੋਈ ਖੇਡਾਂ ਐਡੀਆਂ ਖਾਸ ਨਹੀਂ ਖੇਡੀਆਂ ਹਾਂ ਤੁਸੀਂ। ਹਾਂ ਤੇ ਤੁਹਾਡਾ ਉੱਥੇ ਜ਼ਮੀਨ ਹੈਗੀ ਸੀ, ਉੱਥੇ ਕੋਈ ਨਹੀਂ ਸੀ। ਫਿਰ ਕਿਵੇਂ ਵਾਈ ਜੁੱਤੀ ਕਿਵੇਂ ਕਰਦੇ ਸੋ? ਬਸ ਬਲਦ ਹੈਗੇ ਸਨ। ਨਹੀਂ ਜ਼ਮੀਨ ਕਿੰਦੀ ਚ ਵਾਈ ਕਰਦੇ ਸੋ, ਕਿੰਦੇ ਤੋਂ ਲੈਂਦੇ ਸੋ? ਗੁਲਾਮ ਮਲੋਟ, ਗੁਲਾਮ ਗੁਲਾਮ ਮਲੋਟ, ਗੁਲਾਮ ਮਲੋਟ ਕੋਲੋਂ? ਹਾਂ ਉਹਦੇ ਨਾਲ ਉਹਦਾ ਉੱਥੇ ਕਿੰਨਾ ਰਕਬਾ ਸੀ? ਉਹਦਾ 84 ਪਿੰਡ ਸੀ ਉਹਨਾਂ ਦਾ ਯਾਨੀ ਉਹ ਨਵਾਬ ਲੋਕ ਸਨ। ਹਾਂ ਨਵਾਬ ਲੋਕ ਸਨ। ਉਹ ਸਾਨੂੰ ਠੇਕੇ ਤੇ ਦੇ ਜਾਂਦੇ। ਉਦੋਂ ਠੇਕਾ ਕੀ ਹੁੰਦਾ ਸੀ? ਉਹਦਾ ਠੇਕਾ ਦਾ ਬਈ ਥੋੜਾ ਜਿਹਾ ਹੁੰਦਾ ਸੀ। ਕਿੱਲੇ ਦਾ ਕਿੰਨਾ ਕੁ ਸੀ? ਵਿਗੇ ਦਾ ਕਿੱਲੇ ਦਾ? ਕਿੱਲੇ ਦਾ ਵੀ ਪੱਕ ਨਹੀਂ ਕਦੇ, ਮੈਂ ਛੋਟਾ ਸਾਂ। ਫਿਰ ਵੀ ਕੋਈ ਅੰਦਾਜ਼ਾ ਵੀ ਇੰਨਾ ਕੁ ਹੁੰਦਾ ਸੀ? ਹਾਂ ਉਹਦਾ 500-600 ਹੁੰਦਾ ਸੀ। 400 400 ਨਹੀਂ ਹੋਣਾ, ਥੋੜਾ ਹੋਣਾ। ਹਾਂ ਆ ਥੋੜਾ 400 ਦਾ ਤਾਂ ਕਿੱਲਾ ਹੀ ਨਹੀਂ ਸੀ ਉਦੋਂ ਬਾਬਾ। ਹਾਂ ਨਹੀਂ 4 ਰੁਪਏ ਸ਼ਾਇਦ ਹੋਵੇ। ਰੁਪਈਆ ਸੀ ਇਹ। ਰੁਪਏ ਸੀ? ਹਾਂ 4 ਰੁਪਏ ਹੋਣੇ ਨੇ ਫਿਰ। ਹਾਂ ਉਹ ਹੈਗੇ ਸੰਦੂਏ ਦੀ ਮਲਕਾਂ ਵਾਲੇ। ਹਾਂ ਹਾਂ ਜਿਹਦੇ ਵਰਗੇ ਮਲਕਾਂ ਦੇ ਚੱਲੇ ਹੈ ਨਾ। ਕਿਹੜੇ ਮਲਕਾਂ ਦੇ ਪੈਸੇ? ਮਲਕਾਂ ਦੇ? ਹਾਂ ਅੱਛਾ ਬਰਤਾਨੀਆ, ਮਲਕਾ ਬਰਤਾਨੀਆ। ਹਾਂ ਜੀ ਉਹ ਪੈਸੇ ਮਲਕਾ ਬਰਤਾਨੀਆ ਵਾਲੇ ਉਦੋਂ ਉਹ ਚੱਲਦੇ ਸਨ। ਹਾਂ ਅੱਛਾ ਅੱਛਾ ਤੇ ਇਸ ਤਰ੍ਹਾਂ ਸਭਾ ਪਛਾਂ ਦਾ ਹੋ ਜਾਂਦਾ ਸੀ ਰੁਪਈਆਂ ਦਾ। ਤੇ ਰੁਪਈਆ ਸਿਆਣਾ ਸੀ। ਤੋਲੇ ਦਾ ਰੁਪਈਆ ਸੀ ਉਹ। ਤੋਲੇ ਦਾ ਰੁਪਈਆ ਚਾਂਦੀ ਦਾ ਹੋਣਾ ਹੈ। ਹਾਂ ਜੀ ਸ਼ਾਹਜਹਾਨ ਦੇ ਵੀ ਸਿੱਕੇ ਸਨ। ਹਾਂ ਜੀ ਇਹ ਤੁਹਾਨੂੰ ਉੱਥੋਂ ਕੋਈ ਮਕਾਮੀ ਬੰਦਾ ਵੀ ਬਾਰਡਰ ਤੇ ਪਹੁੰਚਾਉਣ ਆਇਆ ਸੀ ਜਾਂ ਤੁਸੀਂ ਇਕੱਲੇ ਹੀ ਸੋ? ਤੁਹਾਡੀ ਉੱਥੇ ਕਿਸੇ ਨੇ ਮਦਦ ਕੀਤੀ ਉਸ ਪਾਸੇ ਦੇ ਬੰਦੇ ਨੇ, ਤੁਹਾਡੇ ਬਾਪੂ ਦੇ ਕਿਸੇ ਦੋਸਤ ਬੇਲੀ ਨੇ? ਤਾਂ ਉਹ ਜ਼ਰਾ ਸਾਨੂੰ ਦੱਸੋ। ਉਹ ਕੀਤੀ ਸੀ ਸਾਨੂੰ ਆਲੇ ਸਨ ਤੁਸੀਂ ਜਿਹੜੇ ਵਾਂ ਹੈ ਨਾ ਇਹ ਕਿੱਥੋਂ ਪੁੱਛਦੇ ਸਨ ਜਲਾਲਾਬਾਦ ਦੇ ਵਿੱਚ। ਅਸੀਂ ਆ ਕੇ ਅਸੀਂ ਵਾਂ ਦੇ ਸਨ। ਆਖੇ ਬਹਿ ਜਾ ਦੋਨੋਂ ਅਸੀਂ ਗੋਲੀ ਮਾਰਾਂਗੇ। ਕਿੰਨਾ ਆਖਿਆ? ਹਿੰਦੂਆਂ ਆਖਿਆ ਯਾਨੀ ਉਹਨਾਂ ਦੀ ਫੌਜ ਨੇ ਜਾਂ ਜਿਵੇਂ ਵੀ ਹੈ। ਹਾਂ ਅੱਛਾ ਅੱਛਾ ਮੁੜ ਆਪਣੇ ਪਾਕਿਸਤਾਨ ਵਾਲੀ ਫੌਜ ਨੇ ਆਖਿਆ ਤੁਸੀਂ ਰਾਸਤਾ ਪਾ ਲਿਆ ਜੇ ਇਹ ਤੁਹਾਨੂੰ ਮਾਰਨ ਲੱਗੇ ਨਾ ਤੇ ਦਵਾਈ ਇਹਨਾਂ ਦੀ ਸਾਰੀ ਸ਼ਹਿਰ ਤਰਕ ਲਿਆਂਦੇ। ਮੁੜ ਉੱਥੋਂ ਅਸੀਂ ਉਹਨਾਂ ਨੂੰ ਆ ਗਏ। ਵੱਖਰਾ ਸਾਡਾ ਪਿੰਡ ਸੀ। ਅਸੀਂ ਜਿਹੜਾ ਜੀ ਏਜੰਟ ਸੀ ਉਹ ਅਸੀਂ ਆ ਗਏ ਸਾਂ ਆਪਣੇ ਹੈਡ ਸੁਲੇਮਾਨ ਕੀ ਤੇ? ਹਾਂ ਨਹੀਂ ਆ ਪਹਿਲੇ ਪੱਤਨ ਤੇ ਉਹ ਸਾਡਾ ਪੱਤਨ ਤੇ ਅਸੀਂ ਰਹਿੰਦੇ। ਹੈਡ ਗੰਗਾ ਕਿਹੜਾ? ਹੈਡ ਦਾ ਬਾਬਾ ਆ ਜਿਹੜਾ ਆਪਣੇ ਕੋਲ ਉਹ ਯਾਰ ਹੈਡ ਸੁਲੇਮਾਨ ਕੀ। ਇੱਧਰ ਆ ਗਏ ਫਿਰ ਤੁਸੀਂ? ਗੱਡੇ ਸਾਰੇ ਇੱਧਰ ਆ ਗਏ। ਮੋੜ ਅਸੀਂ ਅੱਛਾ ਹੁਣ ਜਿਹੜਾ ਤੁਹਾਡਾ ਪਿੰਡ ਹੈ ਵਾਂਸੂਆ, ਹਾਂ ਅਗਰ ਉੱਥੇ ਕੋਈ ਕੋਸ਼ਿਸ਼ ਅਸੀਂ ਕਰੀਏ, ਚਾਂਸ ਕਰੀਏ ਤੇ ਤੁਹਾਡਾ ਜੀ ਕਰਦਾ ਹੈ ਵੀ ਤੁਸੀਂ ਆਪਣੇ ਪਿੰਡ ਉੱਥੇ ਪਹੁੰਚੋ? ਹਰ ਇੱਕ ਦਾ ਜੇ ਮੁਲਕ ਤੇ ਕਰਦਾ ਹੈ। ਆ ਤੁਹਾਡਾ ਬਚਪਨ ਦਾ ਮੁਲਕ ਹੈ, ਤੁਹਾਡਾ ਜੀ ਕਰਦਾ ਹੈ ਵੇਖੋ ਉਹਨਾਂ ਗਲੀਆਂ 'ਚ ਜਾਈਏ। ਪਿੰਡ 'ਚ ਕੋਈ ਟੋਭਾ ਵੀ ਸੀ? ਆ ਜਿਵੇਂ ਦਾ ਛੱਪੜ ਹੈ? ਨਹੀਂ ਕੋਈ ਨਹੀਂ। ਜਿਵੇਂ ਆਪਣੇ ਚੁਪਾਲੀਏ ਹੈਗਾ ਹਾਂ ਛੱਪੜਾ ਕੋ ਨਹੀਂ ਸੀ? ਕੋਈ ਨਹੀਂ। ਤੇ ਰਕਬੇ ਇਹ ਚੰਗੇ ਨੇ ਜਾਂ ਉਹ ਰਕਬੇ ਚੰਗੇ ਸਨ? ਰਕਬੇ ਤਾਂ ਹੁਣ ਤਾਂ ਹੋ ਗਏ ਇਹ ਚੰਗੇ, ਅੱਗੇ ਸਨ ਉਹ ਚੰਗੇ। ਉਹ ਚੰਗੇ ਸਨ। ਹਾਂ ਸਹੀ। ਸ਼ਾਇਦ ਹੁਣ ਉਹ ਹੋਰ ਇਤੋਂ ਚੰਗੇ ਹੋ ਗਏ ਹੋਣ। ਹਾਂ ਉਹ ਤਾਂ ਸਾਡਾ ਕੋਈ ਮਿੱਤਰ ਅਗਰ ਵੇਖ ਰਿਹਾ ਤੇ ਸਾਨੂੰ ਕਮੈਂਟ 'ਚ ਹੀ ਦੱਸੇਗਾ ਵੀ ਹੁਣ ਉੱਥੋਂ ਦੇ ਜਲਾਲਾਬਾਦ ਦੇ ਜਾਂ ਵਾਂਸੂਆ ਪਿੰਡ ਦੇ ਕੀ ਹਾਲਾਤ ਨੇ। ਹਾਂ ਜੀ ਖੈਰ ਉਹ ਵੀ ਤੁਸੀਂ ਸਾਨੂੰ ਦੱਸਿਆ ਜੇ, ਅਸੀਂ ਬਾਬੇ ਜੀ ਹੋਰਾਂ ਨੂੰ ਫਿਰ ਦੱਸਾਂਗੇ ਰੰਗਲਾ ਪੰਜਾਬ ਦੀ ਰਾਹੀਂ। ਅੱਛਾ ਤੇ ਉੱਥੇ ਸਕੂਲ ਹੈਗਾ ਸੀ ਕੋਈ? ਸਕੂਲ ਜਲਾਲਾਬਾਦ ਹੈਗਾ ਸੀ। ਸਾਡਾ ਮੀਆਂ ਕਾਸਮ ਪੜਾਉਂਦਾ ਸੀ ਉੱਥੇ ਜਲਾਲਾਬਾਦ। ਹਾਂ ਉਹ ਹਾਫਿਜ਼ ਸੀ। ਅੱਛਾ ਅੱਛਾ ਹਾਫਿਜ਼ ਸੀ, ਮਸਜਿਦ 'ਚ ਪੜਾਉਂਦਾ ਸੀ। ਹਾਂ ਤੇ ਕਾਸਮ ਦਾ ਨਾਮ ਲਿਆ ਜੇ? ਨਹੀਂ ਮੀਆਂ ਕਮਰਦੀਨ। ਮੀਆਂ ਕਮਰਦੀਨ ਪੜਾਉਂਦਾ ਸੀ? ਹਾਂ ਉਹ ਕਮਰਦੀਨ ਤੁਹਾਡਾ ਕੀ ਲੱਗਦਾ ਸੀ? ਉਹ ਸਾਡਾ ਦਾਦਕਾ ਲੱਗਦੇ। ਤੁਹਾਡੇ ਦਾਦਕਿਆਂ ਚ ਸਨ ਤੇ ਜਲਾਲਾਬਾਦ ਪੜਾਉਂਦੇ ਸਨ ਸਕੂਲ ਦੇ ਵਿੱਚ? ਨਹੀਂ ਉਹ ਸਕੂਲ ਦੇ ਵਿੱਚ ਪੜਾਉਂਦੇ ਸੀ। ਸਕੂਲ 'ਚ? ਹਾਂ ਜਲਾਲਾਬਾਦ ਦੇ ਵਿੱਚ। ਤੁਸੀਂ ਕਿੰਨੇ ਭੈਣ ਭਰਾ ਸੋ ਜਦੋਂ ਉੱਥੇ ਰਹਿੰਦੇ ਸੋ? ਅਸੀਂ ਤਾਂ ਕੋਈ ਵੀ ਨਹੀਂ ਸੀ। ਮੈਂ ਇੱਕ ਹੈਗਾ ਥਾ। ਤੂੰ ਭਰਾ ਹੀ ਸੋ ਇੱਕ? ਤੁਹਾਡੀ ਕੋਈ ਹਮਸ਼ੀਰਾ ਜਾਂ ਕੋਈ ਹੋਰ? ਸਾਡੇ ਇੱਕ ਭੈਣ ਸੀ
ਹੂੰ। ਉਹ ਨੀਫਾ ਦੇ ਨਾਂ ਸੀ। ਅੱਛਾ ਅੱਛਾ। ਇੱਕ ਹੈਗਾ ਸੀ ਆਪਣਾ ਆ ਕੀ ਮੁਹੰਮਦ ਅਲੀ। ਅੱਛਾ, ਵਾਲਦ ਵਾਲਦਾ ਜ਼ਿੰਦਾ ਸਨ? ਹਾਂ ਵਾਲਦ ਇੱਥੇ ਆ ਮਰੇ। ਦੋਵੇਂ ਹੀ ਇੱਥੇ ਆ ਮਰੇ ਨੇ? ਹਾਂ ਦੋਵੇਂ, ਮਾਂ ਵੀ ਤੇ ਪਿਓ ਵੀ। ਤੇ ਕਿੰਨੇ ਦਿਨ ਲੱਗੇ ਸਨ ਜਦੋਂ ਉਧਰੋਂ ਨਿਕਲੇ ਸੋ? ਕਿ- ਉੱਥੋਂ ਟੁਰੇ ਜਦੋਂ ਵੰਡ ਹੋਈ, ਜਦੋਂ ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਸੋ? ਉਦੋਂ ਅਸੀਂ ਮਹੀਨਾ ਤਾਂ ਕੰਗਣਪੁਰ ਬੈਠੇ ਰਹੇ। ਨਹੀਂ ਨਹੀਂ, ਹਾਂ ਹੈਡ ਤੱਕ ਆਂਦਿਆਂ, ਯਾਨੀ ਕਿ ਬਾਰਡਰ ਤੋਂ ਪਿੱਛੇ ਪਿੱਛੇ ਜਦੋਂ ਇੰਡੀਆ 'ਚ ਟੁਰੇ ਤੇ ਕਿੰਨਾ ਟਾਈਮ ਲੱਗਿਆ ਸੀ? 3-4 ਦਿਨ ਲੱਗੇ। 3-4 ਦਿਨ ਬਾਰਿਸ਼ ਹੀ ਹੁੰਦੀ ਰਹੀ? ਆ ਬਾਰਿਸ਼ ਹੀ ਹੁੰਦੀ ਸੀ। ਤੇ ਉਹ ਕਿਵੇਂ ਫਿਰ ਖਾਣ ਪੀਣ ਦਾ ਕੀ ਖਾਣ ਕਰਦੇ ਸੋ? ਪੀਣ ਦੇ ਬਾਨਾ ਜਦੋਂ ਰਾਤ ਪੈ ਜਾਂਦੀ ਸੀ ਤਾਂ ਕੀ ਕਰਦੇ ਸੋ? ਇਹ ਕੁੜੀਆਂ ਜੀਆਂ ਬਣਾਈਆਂ ਜਾਂ ਸੁਣ ਕੈਂਪ। ਜਿਵੇਂ ਆ ਬਣੀ ਹੋਈ ਹੈ। ਕੈਂਪ? ਅੱਛਾ ਹਾਂ ਤੇ ਉਹਦੇ ਵਿੱਚ ਲੁਕ ਜਾਂਦੇ ਸਨ। ਅੱਛਾ ਤੇ ਦਿਨੇ ਪਸ਼ੂ ਕੋਈ ਵੇਂਦਾ ਹੀ ਕੋਈ ਨਹੀਂ ਸੀ। ਅੱਛਾ। ਤੇ ਰਾਤ ਜਾਨਵਰਾਂ ਦਾ ਮੁੜ ਕੀ ਕਰਦੇ ਹੋ? ਚਾਰੇ ਚੂਰੇ ਦਾ ਤੇ ਆਦਾ ਖਾਣ ਪੀਣ ਦਾ ਕੀ ਕਰਦੇ ਉਹ ਸੋ? ਖੜੇ ਆਪ ਦਾ ਖਾ ਪੀ ਲੈਂਦੇ ਸਨ। ਕੀ ਖਾਂਦੇ ਸੋ? ਇਹ ਰੋਟੀਆਂ ਖਾਂਦੇ ਸਨ। ਪਕਾਉਂਦੇ ਹੋ? ਨਾਲ ਹੈਗੇ ਸਨ ਅਨਾਜ ਨਾਲ ਰੱਖਿਆ ਸੀ, ਆਟਾ ਉਟਾ? ਹਾਂ ਹਾਂ ਅੱਛਾ, ਉਹ ਵੀ ਪਕਾ ਲੈਂਦੇ ਸੋ? ਉਹ ਨਾਲ ਪਕਾ ਲੈਂਦੇ ਸਨ। ਬਾਲਣ ਬੋਲਣ ਤੇ ਸੇ? ਪਸ਼ੂ ਵਿਚਾਰੇ ਭੁੱਖੇ ਖੜੇ ਰਹਿੰਦੇ ਸਨ। ਪਸ਼ੂ ਭੁੱਖੇ ਖੜੇ ਰਹਿੰਦੇ ਸਨ? ਹਾਂ ਅੱਛਾ ਉੱਥੇ 3 ਦਿਨ ਰਹੇ ਅਸੀਂ ਪੱਤਨ ਤੇ। ਅੱਛਾ। ਮੁੜ ਸਾਨੂੰ ਬੇੜੀ ਲੈ ਆਈ ਪਾਕਿਸਤਾਨ ਚ। 3 ਦਿਨ ਯਾਨੀ ਉੱਥੇ ਪੱਤਣ ਤੇ ਰਹੇ ਜੇ ਦਰਿਆ ਤੇ, ਦਰਿਆ ਸਤਲੁਜ ਦੇ? ਹਾਂ ਫਿਰ ਅੱਗੇ ਬੇੜੀ ਤੇ ਚੜ ਕੇ ਹੈਡ ਸੁਲੇਮਾਨ ਕੀ ਕ੍ਰਾਸ ਕੀਤਾ ਤੇ ਕਿਹੜੇ ਪਿੰਡ ਚਲੇ ਨਹੀਂ, ਗਏ? ਅਸੀਂ ਤਾਂ ਆਏ ਆ ਕੰਗਣਪੁਰ ਦੇ ਕੋਲ। ਕੰਗਣਪੁਰ ਦੇ ਕੋਲੋਂ ਆਏ ਜੇ? ਹਾਂ ਅੱਛਾ, ਕੰਗਣਪੁਰ ਨੂੰ ਸਾਵੇਂ ਤੁਸੀਂ ਆਏ ਜੇ? ਹਾਂ ਫਿਰ ਕੰਗਣਪੁਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ? ਹਾਂ ਉੱਥੇ ਕਿੰਨਾ ਅਰਸਾ ਰਹੇ ਜੇ? ਉੱਥੇ ਰਹਿ ਮਹੀਨਾ। ਉੱਥੋਂ ਦੀਆਂ ਇੰਡੀਆ ਦੀਆਂ ਕੋਈ ਹੋਰ ਬੋਲੀਆਂ ਸ਼ੋਲੀਆਂ, ਜਿਵੇਂ ਕਹਾਵਤ ਅੱਗੇ ਸੁਣਾਈ ਜੇ ਸਾਨੂੰ ਨਜ਼ਮ ਜੀ, ਐਵੇਂ ਕੋਈ ਹੋਰ ਆਂਦੀਆਂ ਜੇ? ਨਹੀਂ ਬੋਲੀਆਂ ਕੋਈ ਨਹੀਂ ਆਉਂਦੀ। ਹੋਰ ਨਹੀਂ ਆਉਂਦੀਆਂ? ਹੁਣ ਜੀ ਕਰਦਾ ਵੀ ਇੱਕ ਵਾਰੀ ਉੱਥੇ ਜਾਈਏ। ਹਾਂ ਇੱਥੇ ਹੁਣ ਜ਼ਿੰਦਗੀ ਜ਼ਿਆਦਾ ਫਿਰ ਲੰਘ ਰਹੀ ਹੈ। ਹਾਂ ਮੁੜ ਅਸੀਂ ਆਏ ਇੱਥੇ ਕੌੜੇ ਠੀਕ ਹੈ ਜੀ ਵੀਰੋ, ਬਾਬਾ ਜੀ ਹੋਰੀ ਸੁਣਾ ਰਹੇ ਸਨ ਤੁਹਾਨੂੰ ਹੱਡ ਵਰੀਤੀਆਂ, ਤੇ ਹੱਡ ਵਰੀਤੀਆਂ ਵੀ ਵੰਡ ਤੋਂ ਪਹਿਲੇ ਦੀਆਂ। ਇਹੋ ਜਿਹੇ ਬਾਬੇ ਹੁਣ ਤਕਰੀਬਨ ਟਾਵਾਂ ਟਾਵਾਂ ਹੀ ਰਹਿ ਗਏ ਨੇ। ਤੇ ਯਕੀਨ ਕਰੋ ਕਿ ਹੁਣ ਕੋਈ 4-5 ਸਾਲ ਹੈ ਕਿ ਸਾਨੂੰ ਇਹ ਜੀਆਂ ਰੂਹਾਂ ਮਿਲ ਜਾਂਦੀਆਂ ਨੇ, ਸੱਚੀਆਂ ਤੇ ਖਰੀਆਂ ਰੂਹਾਂ। ਤੇ ਪੁਰਾਣੇ ਲੋਕ ਤੇ ਪੁਰਾਣੀਆਂ ਗੱਲਾਂ ਦਾ ਆਪਣਾ ਹੀ ਸਵਾਦ ਹੈ। ਤੇ ਇਹ ਪਾਰਟੀਸ਼ਨ ਸੁਣ ਕੇ ਦੁੱਖ ਵੀ ਹੁੰਦਾ ਹੈ। ਤੇ ਖੈਰ, ਇਹ ਵੇਲੇ ਦੀ ਵੰਡ ਸੀ, ਇਹਨੂੰ ਕਬੂਲ ਵੀ ਬੰਦਾ ਹੱਸ ਕੇ ਕਰ ਲੈਂਦਾ ਹੈ। ਬਾਕੀ ਬੜਾ ਅਜੀਬ ਇੱਕ ਵਾਕਿਆ ਹੈ, ਜਿਹਨੂੰ ਬਿਆਨ ਕਰਨ ਲੱਗਿਆ ਤਕਰੀਬਨ ਬੰਦੇ ਨੂੰ ਰੋਣਾ ਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਹੀ ਕੁਝ ਹੋਰ ਬਾਬਿਆਂ ਦੀਆਂ ਹੱਡ ਵਰੀਤੀਆਂ ਰੰਗਲਾ ਪੰਜਾਬ ਦੀ ਰਾਹੀਂ ਤੁਹਾਡੇ ਰੂਬਰੂ ਪੇਸ਼ ਕਰਦੇ ਰਹਾਂਗੇ। ਨਵੇਂ ਪ੍ਰੋਗਰਾਮ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।